ਤੜਕੇ ਤੜਕੇ ਪ੍ਰੋਗਰਾਮ 'ਚ ਇੱਕ ਵਾਰ ਫਿਰ ਸਾਰੇ ਦੋਸਤਾਂ ਦਾ ਸਵਾਗਤ ਹੈ ਜੀ। ਤੇ ਹੁਣ ਸਮਾਂ ਹੋ ਰਿਹਾ ਮਨਮੀਤ ਕਿ ਅਸੀਂ ਇਤਿਹਾਸ ਦੀ ਗੱਲ ਕਰੀਏ। ਇਤਿਹਾਸ ਨਹੀਂ ਬਈ, ਮਹਿਮਾਨ ਨੂੰ ਮਿਲਣ ਦੀ ਵਾਰੀ ਹੈ। ठीक है, इस वेले हिस्ट्री सेगमेंट नहीं है मनमीत, पर हिस्ट्री इतिहास एक ऐसा विषय है, ऐसा सब्जेक्ट है कि जिंदगी के हर पहलू के नाल जुड़िया हुआ है। और ऐसा सब्जेक्ट भी है जिहड़ा फेवरेट ਤੁਹਾਡਾ ਹੈ। जी ਤੁਹਾਨੂੰ याद है हाले तक। ਤੇ ਇਤਿਹਾਸ ਦੀ ਜਦੋਂ ਗੱਲ ਚੱਲਦੀ ਹੈ ਤੇ ਇਤਿਹਾਸ ਦੇ ਕੁਝ ਐਸੇ ਪਹਿਲੂ ਨੇ ਜਿਹੜੇ ਅੱਜ ਵੀ ਅਸੀਂ ਚੰਗੀ ਤਰ੍ਹਾਂ ਉਜਾਗਰ ਨਹੀਂ ਕਰ ਸਕੇ ਤੇ ਸਾਨੂੰ ਲੱਗਦਾ ਉਹ ਸਾਡੇ ਇਤਿਹਾਸ ਦਾ ਹਿੱਸਾ ਹੀ ਨਹੀਂ ਹੈਗੇ। ਬਿਲਕੁਲ ਦੋਸਤੋ, ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਸਾਡੇ ਸਟੂਡੀਓ ਵਿੱਚ ਇੱਕ ਇਹੋ ਜਿਹੇ ਮਹਿਮਾਨ, ਇੱਕ ਇਹੋ ਜਿਹੀ ਸ਼ਖਸੀਅਤ ਮੌਜੂਦ ਹੈ ਜਿਨ੍ਹਾਂ ਨੇ ਸਿੱਖ ਇਤਿਹਾਸ ਦੇ ਅਣਗੌਲੇ ਪੰਨਿਆਂ ਨੂੰ ਸਾਂਭਿਆ ਤੇ ਸਾਡੇ ਸਾਹਮਣੇ ਪੇਸ਼ ਕੀਤਾ। ਦੋਸਤੋ ਅਸੀਂ ਗੱਲ ਕਰ ਰਹੇ ਹਾਂ ਪ੍ਰਿਤਪਾਲ ਸਿੰਘ ਤੁੱਲੀ ਹੋਣਾ ਦੀ, ਜਿਨ੍ਹਾਂ ਨੇ ਸਿੱਖ ਹੀਰੋਜ਼ ਨੂੰ ਆਪਣੇ ਹੀ ਨਿਵੇਕਲੇ ਅੰਦਾਜ਼ ਦੇ ਵਿੱਚ ਸਾਂਭਿਆ ਤੇ ਉਹਨਾਂ ਨੂੰ ਦੁਨੀਆ ਦੇ ਸਾਹਮਣੇ ਉਜਾਗਰ ਕੀਤਾ। ਸੋ ਦੋਸਤੋ ਦੇਰ ਕਾਦੀਏ, ਚਲਦੇ ਆ ਉਹਨਾਂ ਦੀ ਕੋਲ ਤੇ ਕਰਦੇ ਆ ਉਹਨਾਂ ਦੀ ਜ਼ਿੰਦਗੀ ਬਾਰੇ ਗੱਲਬਾਤ ਤੇ ਸਿੱਖ ਇਤਿਹਾਸ ਬਾਰੇ ਗੱਲਬਾਤ। ਤੁਲੀ ਜੀ, ਸਟੂਡੀਓ ਵਿੱਚ ਆਉਣ ਤੇ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਥੈਂਕ ਯੂ ਜੀ। ਤੁਲੀ ਸਾਹਿਬ, ਤੁਸੀਂ ਸਿੱਖ ਅਚੀਵਰਸ ਤੇ ਬਹੁਤ ਕੰਮ ਕੀਤਾ ਤੇ ਸਾਨੂੰ ਅੱਜ ਸਾਡੀ ਅਚੀਵਮੈਂਟ ਲੱਗ ਰਹੀ ਹੈ ਕਿ ਤੁਸੀਂ ਸਾਡੇ ਸਟੂਡੀਓ 'ਚ ਮੌਜੂਦ ਹੋ। ਅਗੇਨ ਥੈਂਕ ਯੂ ਜੀ। ਜੀ, ਇਹ ਪੈਸ਼ਨ, ਇਹ ਜਜ਼ਬਾ ਕਿੱਦਾਂ ਪੈਦਾ ਹੋਇਆ? ਇਸ ਤਰ੍ਹਾਂ ਜੀ ਕਿ ਮੈਂ ਜਦੋਂ ਅਜੇ ਬਹੁਤ ਯੰਗ ਹੀ ਸੀ ਜੀ, ਸ਼ਾਇਦ ਹਾਈ ਸਕੂਲ ਵੀ ਅਜੇ ਮੈਂ ਨਹੀਂ ਕੀਤਾ ਸੀ, ਤੇ ਕੁਝ ਮੈਂ ਸਮਝ ਰਿਹਾ ਇਹ ਰੱਬ ਵੱਲੋਂ ਮੈਨੂੰ ਪ੍ਰੇਰਨਾ ਸੀ ਮੇਰੇ ਮਨ ਦੇ ਅੰਦਰ ਜੀ, ਕਿ ਮੈਂ ਜਿਸ ਵੇਲੇ ਕੋਈ ਸਿੱਖ ਅਚੀਵਮੈਂਟਸ, ਕੋਈ ਘਟਨਾ ਮੈਂ ਦੇਖਦਾ ਸੀ ਸਿੱਖ ਅਚੀਵਮੈਂਟਸ ਦੀ ਕਿਸੇ ਵੀ ਨਿਊਜ਼ਪੇਪਰ ਦੇ ਵਿੱਚ ਜੀ, ਤੇ ਮੈਂ ਉਸ ਦੀ ਕਲਿੱਪਿੰਗ ਆਪਣੇ ਕੋਲ ਰੱਖ ਲੈਂਦਾ ਸੀ। ਮੈਂ ਕੀ ਕਰਨਾ ਸੀ ਮੈਨੂੰ ਉਸ ਵੇਲੇ ਨਹੀਂ ਪਤਾ ਜੀ, ਮੈਂ ਉਹਨੂੰ ਇਕੱਠੀ ਕਰ ਲੈਂਦਾ ਸੀ, ਕਲਿੱਪਿੰਗ ਲੈ ਲੈਂਦਾ ਸੀ। ਔਰ ਇਹ ਪੈਸ਼ਨ ਮੇਰਾ ਇੱਥੇ ਤੱਕ ਵੱਧ ਗਿਆ ਕਿ ਉਹਨਾਂ ਦਿਨਾਂ ਵਿੱਚ ਅਸੀਂ, ਜਿਹੜਾ ਜ਼ਮਾਨਾ ਸੀ ਅੱਜ ਤੋਂ 50-60 ਸਾਲ ਪਹਿਲੇ ਦਾ, ਜੀ, ਇਸ ਲਈ ਮੇਰੀ 68 ਜਾਂ 70 ਈਅਰਸ ਦੀ ਏਜ ਹੈਗੀ ਹੈ। ਮੈਂ ਗੱਲ ਕਰ ਰਿਹਾ ਅੱਜ ਤੋਂ 55 ਸਾਲ 50 ਸਾਲ ਪਹਿਲੇ ਦੀ। ਜੀ, ਤੇ ਇਸ ਤਰ੍ਹਾਂ ਨਿਊਜ਼ਪੇਪਰ ਵੀ ਕਰ ਨਹੀਂ ਆਉਂਦੇ ਸੀ, ਰੇਡੀਓ ਵੀ ਨਹੀਂ ਹੁੰਦੇ ਸੀ। ਉਹ ਜਾ ਕੇ ਹਲਵਾਈ ਦੀ ਦੁਕਾਨ ਤੇ ਨਿਊਜ਼ ਸੁਣੀਦਾ ਸੀ, ਲਾਇਬ੍ਰੇਰੀ ਵੀ ਜਾ ਕੇ ਪੇਪਰ ਪੜ੍ਹੀਦਾ ਸੀ। ਜੀ, ਤੇ ਮੈਂ ਤੇ ਕਨਫੈਸ਼ਨ ਕਰ ਰਿਹਾ ਕਿ ਮੈਂ ਲਾਇਬ੍ਰੇਰੀ 'ਚੋਂ ਮੈਂ ਕੋਈ ਚੀਜ਼ ਦੇਖਦਾ ਸੀ ਤਾਂ ਮੈਂ ਉਹਨੂੰ ਟੋਨ ਕਰਕੇ ਆਪਣੇ ਜੇਬੇ ਰੱਖ ਲੈਂਦਾ ਸੀ। ਤੇ ਕਿਸੇ ਦੇ ਘਰ ਚਾਹ ਪੀਣ ਵੀ ਮੈਂ ਗਿਆ ਤਾਂ ਕੋਈ ਚੀਜ਼ ਉੱਥੇ ਪਈ ਹੈ ਮੇਰੇ ਮਤਲਬ ਦੀ, ਮੈਨੂੰ ਪਤਾ ਉਹਨੇ ਤਾਂ ਰੱਦੀ ਦੇ ਦੇਣੀ ਹੈ, ਉਹਦੇ ਵਾਸਤੇ ਉਹਦੀ ਕੋਈ ਵੈਲਿਊ ਨਹੀਂ, ਪਰ ਮੇਰੇ ਵਾਸਤੇ ਉਹ ਪ੍ਰਾਈਸਲੈਸ ਪੀਸ ਹੁੰਦਾ ਸੀ, ਮੈਂ ਉੱਥੋਂ ਲੈ ਲੈਂਦਾ ਸੀ। ਮੈਂ ਇੱਕ ਵਾਰੀ ਕੈਂਟੀਨ ਚਾਹ ਪੀਂਦਾ, ਉੱਥੇ ਪੇਪਰ ਦਾ ਟੁਕੜਾ ਫਾੜ ਕੇ ਲੈ ਆਇਆ ਸੀ। ਜੀ, ਤਾਂ ਇਸ ਤਰ੍ਹਾਂ ਮੈਂ ਕਰਦਾ ਰਿਹਾ, ਚੀਜ਼ਾਂ ਮੈਂ ਕਲੈਕਟ ਕਰਦਾ ਰਿਹਾ, ਜਿਹੜੀ ਵੀ ਸਿੱਖ ਅਚੀਵਰਸ ਦੇ ਕੋਈ ਮਿਲਦੀ ਮੈਂ ਲੈ ਲੈਂਦਾ ਸੀ ਚੀਜ਼। ਕਰਨਾ ਕੀ ਇਹ ਮੈਨੂੰ ਨਹੀਂ ਪਤਾ ਸੀ। ਜੀ, ਫਿਰ ਮੈਂ ਉਸ ਤੋਂ ਬਾਅਦ 97 ਦੇ ਵਿੱਚ ਮੈਂ ਰਿਟਾਇਰ ਹੋਇਆ। ਜੀ, ਤਾਂ ਸਾਰੀ ਫਿਰ ਮੈਂ ਫਾਈਲਾਂ ਦੀਆਂ ਫਾਈਲਾਂ, ਬਕਸੇ ਦੇ ਬਕਸੇ ਖੋਲ੍ਹੇ, ਉਹਨਾਂ ਨੂੰ ਮੈਂ ਸਟ੍ਰੀਮਲਾਈਨ ਕੀਤਾ ਤੇ ਉਸ ਤੋਂ ਬਾਅਦ ਮੈਂ ਫੋਟੋਗ੍ਰਾਫਰ ਬੁਲਾ ਕੇ ਕੋਈ ਫੋਟੋ ਖਿਚਾਈਆਂ, ਪਰ ਮੈਨੂੰ ਸਮਝ ਨਹੀਂ ਆ ਰਿਹਾ ਸੀ ਮੈਂ ਕਰਾਂ ਕੀ। ਮੈਨੂੰ ਇਹ ਜਿਹੜੀ ਮੇਰੀ ਕੋਲ ਇਨਫੋਰਮੇਸ਼ਨ ਹੈਗੀ ਹੈ ਸਿੱਖ ਅਚੀਵਰਸ ਤੇ, ਇਹਨੂੰ ਐਕਸਪਲੋਇਟ ਕਿਸ ਤਰ੍ਹਾਂ ਕਰਾਂ, ਹਾਊ ਟੂ ਯੂਜ਼ ਇਟ, ਮੈਂ ਕਿਵੇਂ ਪਬਲਿਕ ਦੇ ਸਾਹਮਣੇ ਲਿਆਵਾਂ ਇਸ ਚੀਜ਼ ਨੂੰ, ਮੈਨੂੰ ਸਮਝ ਨਹੀਂ ਆ ਰਹੀ ਸੀ। ਜਿਵੇਂ ਜਿੱਦਾਂ ਕਈ ਵਾਰ ਕਿਸੇ ਕੋਲ ਕਹਿਣ ਨੂੰ ਬਹੁਤ ਕੁਝ ਹੁੰਦਾ ਹੈ, ਹਾਂ, ਪਰ ਸ਼ਬਦ ਨਹੀਂ ਮਿਲਦੇ, ਸ਼ਬਦ ਨਹੀਂ ਮਿਲਦੇ, ਰਸਤਾ ਨਹੀਂ ਹੁੰਦਾ, ਮੈਂ ਕੀ ਕਰਾਂ। ਜੀ, ਉਹਨਾਂ ਦਿਨਾਂ ਵਿੱਚ ਮੈਨੂੰ ਇੱਕ ਅੰਮ੍ਰਿਤਸਰ ਦੇ ਵਿੱਚ ਇੱਕ ਹੋਰ ਐਗਜ਼ੀਬਿਸ਼ਨ ਲਗਾਉਣ ਵਾਲੇ ਮਿਲ ਗਏ। ਉਹਨਾਂ ਤੋਂ ਮੈਨੂੰ ਲੱਗਾ ਜੀ ਐਗਜ਼ੀਬਿਸ਼ਨ ਤਿਆਰ ਕੀਤੀ ਜਾ ਸਕਦੀ ਹੈ। ਜੀ, ਮੈਂ ਐਗਜ਼ੀਬਿਸ਼ਨ ਤਿਆਰ ਕੀਤੀ, ਫੋਟੋਗ੍ਰਾਫਰ ਨੂੰ ਬੁਲਾ ਕੇ ਸਟਾਰਟ ਕੀਤਾ। ਹਾਲਾਂਕਿ ਨਵੇਂ ਸਿਰ ਤੋਂ ਮੈਂ ਕੰਪਿਊਟਰ ਦੇ ਫੋਟੋਆਂ ਕਢਾ ਰਿਹਾ। ਜੀ, ਉਹਨਾਂ ਦਿਨਾਂ 'ਚ ਵੀ ਘਟਨਾ ਹੋ ਗਈ ਜੀ, ਸ਼ਾਇਦ 2000 ਦੀ ਜਾਂ 2001 ਦੀ ਗੱਲ ਹੈ। ਇੰਡੀਆ ਟੁਡੇ ਨੇ ਇੱਕ ਇਸ਼ੂ ਕੱਢਿਆ ਸੀ, ਮਿਲੇਨੀਅਮ ਇਸ਼ੂ। ਜੀ, ਤਵਲੀਨ ਕੌਰ ਉਹਦੀ ਸ਼ਾਇਦ ਐਡੀਟਰ ਸੀ। ਜੀ, ਔਰ ਉਹਨੇ ਜਿਹੜਾ ਇਸ਼ੂ ਕੱਢਿਆ ਸੀ ਉਹਦੇ 'ਚ ਉਹਦਾ ਨਾਂ ਹੈਗਾ ਸੀ, ਉਹ 'ਚ ਪੂਰੀ ਉਹਦਾ ਦੀ 100 ਇੰਡੀਅਨਸ ਹੂ ਸ਼ੇਪਡ ਇੰਡੀਆ। ਜੀ, ਦਾ 100 ਇੰਡੀਅਨਸ ਹੂ ਸ਼ੇਪਡ ਇੰਡੀਆ। ਹੈਰਾਨੀ ਦੀ ਗੱਲ ਹੈ ਕਿ ਉਹਦੇ 'ਚ ਇੱਕ ਵੀ ਸਿੱਖ ਨਹੀਂ ਲਿਆ ਉਹਨੇ। ਜੀ, ਮੇਰੇ ਮਨ 'ਚ ਬੜਾ ਤੂਫਾਨ ਉੱਠਿਆ। ਮੈਂ ਕਿਹਾ ਇਹ ਜਿੰਨੇ ਵੀ ਇਸ਼ੂ ਲਿਖਿਆ ਉਹਨੂੰ ਮਹਾਰਾਜਾ ਰਣਜੀਤ ਸਿੰਘ ਨਹੀਂ ਨਜ਼ਰ ਆਏ, ਜਿਨ੍ਹਾਂ ਨੇ ਇਹ ਜਿਹੜਾ ਕਸ਼ਮੀਰ ਸਾਡੇ ਕੋਲ ਅੱਜ ਹੈ, ਇਟ ਇਜ਼ ਦ ਗਿਫਟ ਆਫ ਮਹਾਰਾਜਾ ਰਣਜੀਤ ਸਿੰਘ ਟੂ ਇੰਡੀਆ। ਇਹ ਜਿਹੜਾ ਅਫਗਾਨਿਸਤਾਨ ਦਾ ਸੂਬਾ ਸੀ, ਇਹ ਕਸ਼ਮੀਰ ਜਿਹੜਾ ਸੀ ਅਫਗਾਨਿਸਤਾਨ ਦਾ ਸੂਬਾ ਸੀ, ਇਹਨੂੰ ਲੈ ਕੇ ਜਿਹਨੇ ਇੰਡੀਆ ਨਾਲ ਮਿਲਾਇਆ, ਉਹ ਪ੍ਰੈਜ਼ੈਂਟ ਦੇ 4 ਕੰਟਰੀਜ਼ ਦਾ ਜਿਸਨੇ ਬਾਉਂਡਰੀ ਸ਼ੇਪ ਕੀਤੀ ਹੈ, ਮਹਾਰਾਜਾ ਰਣਜੀਤ ਸਿੰਘ, ਉਹਦਾ ਨਾਂ ਨਹੀਂ ਉਹਨੂੰ ਯਾਦ ਆਇਆ। ਫਿਰ ਮੇਰੇ ਦਿਮਾਗ 'ਚ ਆਇਆ ਵੀ ਸਾਡੇ ਕੋਲੋਂ ਪੇਸ਼ਾਵਰ 1001 ਦੇ ਵਿੱਚ ਅਫਗਾਨੀਆਂ ਨੇ ਖੋਹ ਲਿਆ ਸੀ। ਜੀ, ਪੰਜਾਬ ਦਾ ਰਾਜਾ ਸ਼ਾਇਦ ਜੈਪਾਲ ਸੀ, ਉਹ ਹਾਰ ਗਿਆ ਤੇ ਉਹਨੇ ਆਪਣੇ ਨੂੰ ਅੱਗ ਲਾ ਲਈ। ਉਹਦਾ ਪੁੱਤਰ ਬੈਠਾ, ਉਹ ਵੀ ਗੱਲ ਨਹੀਂ ਬਣੀ, ਮੁਸਲਮਾਨ ਹੋ ਗਿਆ। ਤਦ ਤੋਂ ਉਸ ਪਾਸੇ ਮੁਸਲਮਾਨ ਨਹੀਂ, ਇਸਲਾਮ ਜ਼ਿਆਦਾ ਫੈਲ ਗਿਆ। ਜੀ, ਤੇ ਉਹ ਉਹਨਾਂ ਨੇ ਸਾਡੇ ਕੋਲ ਇੱਕ ਵਾਰ ਕੇ ਲਿਆ ਸੀ। ਤੇ ਉਸ ਤੋਂ ਬਾਅਦ 1800 ਤੇ ਤੁਹਾਡਾ 34 ਦੇ ਵਿੱਚ ਹਰੀ ਸਿੰਘ ਨਲੂਆ ਨੇ 850 ਸਾਲ ਦੇ ਬਾਅਦ ਕਰੀਬ ਉਹ ਵਾਪਸ ਲਿਆ।
ਕਿ ਇਹ ਸਾਡੇ ਇਤਿਹਾਸ ਦੀ ਇੱਕ ਮਹਾਨ ਘਟਨਾ ਨਹੀਂ ਕਿ 800 ਸਾਲ ਬਾਅਦ ਕੋਈ ਐਸੀ ਇਲਾਕਾ ਰਿਹਾ ਵਿੱਚ ਕੋਈ ਹੋਇਆ ਹੀ ਨਹੀਂ ਹੋਰ ਹਿੰਦੁਸਤਾਨੀ ਜਿਹੜਾ ਆਪਣਾ ਇਲਾਕਾ ਖੋ ਸਕਦਾ। ਫਿਰ ਇਹ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਹੀ ਆਇਆ ਜਿਹਨੇ 800 ਸਾਲ ਬਾਅਦ ਉਹ ਪੇਸ਼ਾਵਰ ਉਹਨਾਂ ਕੋਲ ਖੋ ਕੇ ਵਾਪਸ ਲੈ ਲਿਆ। ਤੇ ਕੀ ਇਹ ਵੀ ਉਹਦੀ ਨਜ਼ਰ ਵਿੱਚ ਨਹੀਂ ਆਇਆ, ਹਰੀ ਸਿੰਘ ਨਲੂਆ ਵੀ? ਤੇ ਇਹ ਗੱਲ ਤੁਹਾਨੂੰ ਬਹੁਤ ਚੁਭੀ? ਮੈਨੂੰ ਬਹੁਤ ਚੁਭੀ। ਉਸ ਤੋਂ ਬਾਅਦ ਮੈਂ 3-4 ਚੀਜ਼ਾਂ ਹੋਰ ਦੱਸੂੰਗਾ। ਉਸ ਤੋਂ ਬਾਅਦ ਅਸੀਂ ਆ ਜਾਈਏ 1947 ਸਾਡੀ, ਠੀਕ ਹੈ। 1947 ਦੇ ਵਿੱਚ ਜਿਹੜਾ ਅੱਧਾ ਪੰਜਾਬ ਔਰ ਅੱਧਾ ਜਿਹੜਾ ਬੰਗਾਲ ਇਸ ਲਈ ਸਾਡੇ ਨਾਲ ਹੈ, ਇਹਦੇ ਪਿੱਛੇ ਮਾਸਟਰ ਮਾਈਂਡ ਮਾਸਟਰ ਤਾਰਾ ਸਿੰਘ ਦਾ ਸੀ ਜੀ। ਇਹ ਤੇ ਉਹਨਾਂ ਨੇ ਵੀ ਐਕਸੈਪਟ ਕੀਤਾ ਹੈ, ਬੰਗਾਲੀਆਂ ਨੇ ਵੀ, ਜੀ ਹੈ ਇਹ ਉਹਦੇ ਸੀ। ਤੇ ਇਹਨਾਂ ਨੂੰ ਉਹ ਵੀ ਨਹੀਂ ਯਾਦ ਹੈ ਵੀ ਉਹ ਵੀ ਅਸੀਂ ਲੈ ਲਈਏ। ਫਿਰ ਅਸੀਂ 1965 ਦੀ ਸਾਡੀ ਲੜਾਈ ਹੋਈ। 1965 ਦੀ ਲੜਾਈ ਦੇ ਵਿੱਚ ਇਹ ਹਾਲਤ ਸੀ ਕਿ ਸ਼ਾਇਦ ਪਤਾ ਕਿ ਨਹੀਂ ਤੁਹਾਨੂੰ ਕਿ ਜਨਰਲ ਚੌਧਰੀ ਸਾਡੇ ਚੀਫ ਆਫ ਆਰਮੀ ਸਟਾਫ ਸੀ, ਜਨਰਲ ਹਰਬਖਸ਼ ਸਿੰਘ ਸਾਡੇ ਉਧਰ ਇਸ ਵੈਸਟਰਨ ਕਮਾਂਡ ਦੇ ਚੀਫ ਕਮਾਂਡਿੰਗ ਅਫੀਸਰ ਸੀ, ਥੱਲੇ ਉਹਨਾਂ ਦੇ ਜਨਰਲ ਜੋਗੀ, ਲੈਫਟੀਨੈਂਟ ਜਨਰਲ ਜੋਗਿੰਦਰ ਸਿੰਘ ਜੋਗੀ ਉਹਨਾਂ ਨੂੰ ਜੱਗੀ, ਤੇ ਉਹ ਹੈਗੇ ਸੀ। ਤੇ ਉਹਨਾਂ ਨੂੰ ਚੌਧਰੀ ਨੇ ਕਹਿਤਾ ਸੀ ਤੁਸੀਂ ਫੌਜਾਂ ਬਿਆਸ ਤੋਂ ਪਿੱਛੇ ਲੈ ਜਾਓ। ਅਗਰ ਬਿਆਸ ਤੋਂ ਫੌਜਾਂ ਪਿੱਛੇ ਜਾਂਦੀ ਅੱਜ ਅਸੀਂ ਇੱਥੇ ਨਾ ਤੁਸੀਂ ਤੇ ਬੈਠੇ ਹੁੰਦੇ, ਮੈਂ ਅੰਮ੍ਰਿਤਸਰ ਨਾ ਬੈਠਾ ਹੁੰਦਾ। ਉਹ ਸਾਰਾ ਇਲਾਕਾ ਜਿਹੜਾ ਸੀ ਪਠਾਨਕੋਟ ਸਾਰਾ ਕਸ਼ਮੀਰ ਵੀ ਉਧਰ ਚਲਾ ਜਾਣਾ ਸੀ। ਔਰ ਜਨਰਲ ਬਖਸ਼ ਸਿੰਘ ਨੂੰ ਉਹਨਾਂ ਨੇ ਤਲਬ ਕੀਤਾ ਇੱਥੇ ਅੰਬਾਲੇ ਉਹਨਾਂ ਦੀ ਬਹਿਸ ਹੋਈ ਤੇ ਜਨਰਲ ਬਖਸ਼ ਸਿੰਘ ਨੇ ਸਾਰੀ ਕਹਿ ਕੇ ਉਸ ਚੀਜ਼ ਨੂੰ ਮੰਨਿਆ ਨਹੀਂ ਔਰ ਉਹਨਾਂ ਨੇ ਕਿਹਾ ਕਿ ਤੁਹਾਡੀ ਲੜਾਈ ਮੈਂ ਜਿੱਤ ਕੇ ਦਿਆਂ, ਮੇਰੇ ਤੋਂ ਛੱਡ ਦਿਓ। ਤੇ ਜਨਰਲ ਇਹ ਜਿਹੜੀ 65 ਦੀ ਲੜਾਈ ਜਿੱਤੇ ਡਿਊ ਟੂ ਜਨਰਲ ਬਖਸ਼ ਸਿੰਘ ਜੀ। ਨਹੀਂ ਤੇ ਜੇ ਉਹਨਾਂ ਦੀ ਗੱਲ ਮੰਨ ਕੇ ਪਿੱਛੇ ਕਰ ਲੈਂਦੇ ਤੇ ਹੋ ਜਾਣਾ ਸੀ। ਫਿਰ ਆਈ ਅਸੀਂ 1971 ਦੇ ਵਿੱਚ ਤੇ ਮੈਂ ਕਿਹਾ ਜਨਰਲ ਹਰਬਖਸ਼ ਸਿੰਘ ਵੀ ਇਹਨਾਂ ਦੀ ਨਜ਼ਰ 'ਚ ਨਹੀਂ ਆਏ 100 ਇੰਡੀਅਨਸ ਦੇ ਵਿੱਚ। ਅੱਛਾ, ਉਸ ਤੋਂ ਬਾਅਦ ਮੈਂ ਕਿਹਾ 1971 ਦੇ ਵਿੱਚ ਅਸੀਂ ਆ ਜਾਈਏ। 1971 ਜਗਜੀਤ ਸਿੰਘ ਔਰ ਉਹਨਾਂ ਨੇ ਬੰਗਲਾਦੇਸ਼ ਕ੍ਰੀਏਟ ਕੀਤਾ, ਠੀਕ ਹੈ ਜੀ। ਜਿਹੜੇ ਸਿੱਖ ਇਤਿਹਾਸ ਨੂੰ ਨਹੀਂ ਜਾਣਦੇ ਉਹਨਾਂ ਉਹ ਇਹ ਕਹਿੰਦੇ ਆ, ਜਨਰਲ ਮਾਨਕ ਸ਼ਾਹ ਨੇ ਵੀ ਕਿਹਾ ਸੀ ਕਿ 300 BC ਦੇ ਵਿੱਚ ਇੰਡੀਆ ਨੇ ਚੰਦਰਗੁਪਤ ਮੌਰੀਆ ਨੇ ਸਲੂਕਸ ਨੂੰ ਹਰਾਇਆ ਸੀ ਜੀ। ਤੇ ਸਲੂਕਸ ਦੀ ਆਰਮੀ ਜਿਹੜੀ ਸੀ ਦੈਟ ਵਾਜ਼ ਆਰਮੀ ਆਫ ਇੰਪੋਰਟੈਂਸ। ਉਸ ਤੋਂ ਬਾਅਦ ਉਹ ਕਹਿੰਦਾ ਸਾਡੇ ਦੇਸ਼ ਦੀ ਕੋਈ ਅਚੀਵਮੈਂਟ ਨਹੀਂ ਜੀ, ਪਰ ਮੈਂ ਦੋ ਗਿਣਾਈਆਂ ਨੇ, ਕਸ਼ਮੀਰ ਦਾ ਲੈਣਾ ਤੇ ਪਸ਼ਾਵਰ ਦਾ ਲੈਣਾ। ਜਿਹਨੂੰ ਲੰਬੇ ਕਰਦੇ ਜਿਹੜੇ ਇਸ ਨੂੰ ਨਹੀਂ ਜਾਣਦੇ ਉਹਨਾਂ ਨੇ ਕਿਹਾ ਕਿ 2300 ਸਾਲ ਤੋਂ 71 ਤੱਕ 2300 ਸਾਲ ਵਿੱਚ ਸਾਡੀ ਕੋਈ ਮਹਾਨ ਅਚੀਵਮੈਂਟ ਹੈ ਹੀ ਨਹੀਂ। ਔਰ 71 ਦੀ ਜਿਹੜੀ ਲੜਾਈ ਹੈ ਦੈਟ ਵਾਜ਼ ਦਾ ਫਸਟ ਡਿਸੀਸਿਵ ਵਿਕਟਰੀ ਆਫ ਇੰਡੀਆ ਓਵਰ ਦੀ ਐਨਮੀ ਜੀ। ਦੈਟ ਵਾਜ਼ ਦਾ ਫਸਟ 2300 ਸਾਲ ਦੇ ਵਿੱਚ। ਤੇ ਜਿਸ ਆਦਮੀ ਨੇ 2300 ਸਾਲ ਬਾਅਦ ਕਈਆਂ ਦੀ ਨਜ਼ਰ ਫਾਈਨੈਸਟ ਆਵਰ ਔਰ ਕਈ ਕਹਿੰਦੇ ਮੋਸਟ ਗਲੋਰੀਅਸ ਮੂਮੈਂਟ ਆਫ ਦਾ ਇੰਡੀਅਨ ਹਿਸਟਰੀ, ਜਿਸ ਜਨਰਲ ਨੇ ਮੋਸਟ ਗਲੋਰੀਅਸ ਮੂਮੈਂਟ ਆਫ ਦਾ ਹਿਸਟਰੀ ਕ੍ਰੀਏਟ ਕੀਤਾ ਹੋਵੇ, ਦਾ ਫਾਈਨੈਸਟ ਆਵਰ ਆਫ ਇੰਡੀਅਨ ਹਿਸਟਰੀ ਦਾ 1000 ਸਾਲ ਦਾ ਕੀਤਾ ਹੋਵੇ 2300 ਸਾਲ ਦਾ, ਉਹਦਾ ਵੀ ਨਾਂ ਉਹਨੇ ਤਾਂ ਉਹਦੇ ਵਿੱਚ ਨਹੀਂ ਲਿਆ ਉਸ ਮਿਲੇਨੀਅਮ ਇਸ਼ੂ ਦੇ ਵਿੱਚ। ਤੇ ਫਿਰ ਡਾਕਟਰ ਮਨਮੋਹਨ ਸਿੰਘ ਮੈਂ ਲੈ ਲਈਏ 1991 ਦੇ ਵਿੱਚ ਵੀ ਵਾਰ ਐਟ ਦੀ ਵਰਜ ਆਫ ਇਕਨੋਮਿਕ ਕੋਲੈਪਸ ਜੀ, ਬਹੁਤ ਬੁਰੇ ਹਾਲ ਸੀ ਉਸ ਵੇਲੇ। ਸਾਡੇ ਕੋਲ ਸ਼ਾਇਦ 3 to 7 days ਦੇ ਫਾਰਨ ਰਿਜ਼ਰਵਸ ਹੈਗੇ ਸੀ ਔਰ ਕੁਛ ਨਹੀਂ ਸੀ। ਡਾਕਟਰ ਮਨਮੋਹਨ ਸਿੰਘ ਜਾ ਰਹੇ ਸੀ ਤੁਹਾਡਾ ਵਰਲਡ ਬੈਂਕ ਦੀ ਐਮਪਾਵਰਮੈਂਟ ਲੈਟਰ ਉਹਦੀ ਜੇਬ ਦੇ ਵਿੱਚ ਸੀ, ਪਰ ਨਰਸਿੰਘਾ ਰਾਓ ਦੇ ਕਹਿਣ ਦੇ ਉੱਤੇ ਉਹ ਜਿਹੜੇ ਹੈਗੇ ਨੇ ਉਹਨਾਂ ਨੇ ਉੱਥੋਂ ਰਾਜਨੀਤੀ ਤੇ ਇੱਥੇ ਆ ਗਏ ਫਾਈਨੈਂਸ ਮਿਨਿਸਟਰੀ। ਉਸ ਵੇਲੇ ਸਾਡੇ UNO ਦੇ ਹੁੰਦੇ ਸੀ ਜਨਰਲ ਸੈਕਟਰੀ ਮਿਸਟਰ ਊ ਥਾਟ ਜੀ, ਹੂ ਬਿਲੋਂਗ ਟੂ ਬਰਮਾ ਜੀ। ਤੇ ਉਹਨਾਂ ਨੇ ਗੱਲ ਕਹੀ ਸੀ ਡਾਕਟਰ ਮਨਮੋਹਨ ਸਿੰਘ ਵੀ ਕਿੰਨਾ ਪਾਗਲ ਹੈ, ਬੇਵਕੂਫ ਹੈ ਕਿ ਉਹ ਇੰਡੀਆ ਦੀ ਗੰਦੀ ਪੋਲਿਟਿਕਸ ਵਿੱਚ ਫਸ ਰਿਹਾ ਤੇ ਵਰਲਡ ਬੈਂਕ ਦੀ ਪ੍ਰੈਸਟੀਸ਼ੀਅਸ ਨੌਕਰੀ ਨੂੰ ਛੱਡ ਕੇ, ਪਰ ਇਹਦੇ ਅੰਦਰ ਦੇਸ਼ ਪ੍ਰੇਮ ਸੀ ਔਰ ਇਹ ਆ ਗਏ ਔਰ ਇਹ ਇਹਨਾਂ ਦੀ ਬੜੀ ਸੇਧ ਸੀ ਵਰਲਡ 'ਚ ਔਰ ਵਰਲਡ ਟੌਪ ਕਲਾਸ ਹੈ ਤੁਹਾਡਾ ਇਕਨੋਮਿਸਟ ਹੈਗਾ ਸੀ ਜੀ। ਤੇ ਇਹਦੇ ਕਰਕੇ ਸਾਨੂੰ ਫਾਰਨ ਬਾਰ ਐਡ ਵੀ ਮਿਲ ਗਈ ਸਾਨੂੰ ਔਰ ਸਾਡਾ ਸਾਰਾ ਜਿਹੜਾ ਹੈਗਾ ਇਸਨੇ ਜਿਵੇਂ ਫਿਰ ਨੇ ਇਕਨੋਮਿਕ ਰਿਫਾਰਮਸ ਬਣਾਦੇ ਔਰ ਹੀ ਇਜ਼ ਟਰਮਡ ਐਜ਼ ਦਾ ਫਾਦਰ ਆਫ ਦਾ ਇਕਨੋਮਿਕ ਰਿਫਾਰਮਸ ਇਨ ਇੰਡੀਆ। ਔਰ ਇਸੇ ਕਰਕੇ ਸਾਡਾ ਇੰਡੀਆ ਬੱਚਾ ਤੇ ਉਹ ਮਿਲੇਨੀਅਮ ਇਸ਼ੂ ਵਾਲੇ ਨੂੰ ਮੈਂ ਕਿਹਾ ਡਾਕਟਰ ਮਨਮੋਹਨ ਸਿੰਘ ਮੈਨੂੰ ਯਾਦ ਆਇਆ। ਮੈਨੂੰ ਬੜਾ ਮਨੇ ਦੁੱਖ ਹੋਇਆ ਕਿ ਸਾਡੀ ਇੰਨੀ ਅਚੀਵਮੈਂਟ, ਸਾਡਾ ਇੰਨਾ ਕੰਟਰੀਬਿਊਸ਼ਨ ਹੈ ਇੰਡੀਅਨ ਹਿਸਟਰੀ ਨੂੰ ਔਰ ਅਸੀਂ ਕਿਧਰ ਵੀ ਸਟੈਂਡ ਨਹੀਂ ਕਰਦੇ, ਸਾਡੇ ਕਿਧਰ ਵੀ ਸਾਨੂੰ ਨਹੀਂ ਲੈਂਦੇ, ਪੁੱਛਦੇ ਹੀ ਨਹੀਂ ਬਿਲਕੁਲ। ਵਾਟ ਇਜ਼ ਹੈਪਨਿੰਗ ਟਾਈਟਲ ਇਜ਼ 6 ਹੂ ਸ਼ੇਪਡ ਇੰਡੀਆ। ਦੈਟਸ ਵਾਈ ਉਸ ਤੋਂ ਬਾਅਦ ਮੈਂ ਜਿਹਦਾ ਟਾਈਟਲ ਦਿੱਤਾ ਕਿ 6 ਹੂ ਸ਼ੇਪਡ ਇੰਡੀਆ। ਜੀ ਜੀ ਜੀ। ਅਤੁਲੀ ਸਾਹਿਬ ਜਿਹੜੇ ਸਿੰਗਰ ਨੇ ਪੰਜਾਬੀ 뮤직 ਨੂੰ ਇੰਟਰਨੈਸ਼ਨਲੀ ਫੇਮਸ ਕੀਤਾ ਉਹ ਵੀ ਇੱਕ ਸਿੱਖ ਸੀ, ਮਲਕੀਤ ਸਿੰਘ ਜੀ। ਤੁਸੀਂ ਇੰਨੇ ਲੰਬੇ ਸਮੇਂ ਤੱਕ ਇੰਨੀ ਸਾਰੀਆਂ ਕਲੈਕਸ਼ਨਸ ਕੀਤੀਆਂ ਸਿੱਖ ਇਤਿਹਾਸ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਤੇ ਉਹਨਾਂ ਕਲੈਕਸ਼ਨਸ ਬਾਰੇ ਅਸੀਂ ਹੋਰ ਡਿਟੇਲ ਦੇ ਵਿੱਚ ਜਾਨਣਾ ਚਾਹਾਂਗੇ। ਆ ਦੇਖੋ ਜੀ, ਜਦੋਂ ਮੈਂ ਕਲੈਕਸ਼ਨ ਕਰਦਾ ਸੀ ਉਸ ਤੋਂ ਬਾਅਦ ਜਿਸਲੇ ਮੈਨੂੰ ਸਟ੍ਰੀਮਲਾਈਨ ਕੀਤਾ ਤਾਂ ਮੈਂ ਹੈਰਾਨ ਹੋ ਗਿਆ ਕਿ ਸਿੱਖਾਂ ਦੇ ਖਾਤੇ ਵਿੱਚ ਤੇ ਬਹੁਤ ਸਾਰੀਆਂ ਅਚੀਵਮੈਂਟਸ ਹੈਗੀਆਂ ਨੇ ਔਰ ਸਿੱਖ ਬੜੇ ਫੀਲਡ ਦੇ ਵਿੱਚ ਨਾਟ ਓਨਲੀ ਇਨ ਇੰਡੀਆ ਬਟ ਏਸ਼ੀਆ 'ਚ ਫਸਟ ਹੈਗੇ ਨੇ ਜੀ। ਤੇ ਮੈਂ ਤੁਹਾਨੂੰ ਕੋਈ ਥੋੜਾ ਜਿਹਾ 5-7 ਐਗਜ਼ਾਮਪਲ ਦੇ ਦੇਣਾ ਕਿ ਤੁਸੀਂ ਵੈਸੇ ਇੱਕ ਚੀਜ਼ ਦੇਖੋ ਮੈਂ ਫੀਲ ਕੀਤੀ ਹੈ ਕਿ ਜਿਹਨਾਂ ਮੈਨੂੰ ਬਹੁਤ ਬੁਰਾ ਲੱਗਦਾ ਹੈ ਜਿਹੜੇ ਸਿੱਖਾਂ ਵਰਗੇ ਮਾਰਸ਼ਲ
ਔਰ ਇੰਟੈਲੀਜੈਂਟ ਕੌਮ ਦੇ ਉੱਤੇ ਜਿਸ ਲਈ ਲਤੀਫੇ ਬਣਾਏ ਜਾਂਦੇ ਨੇ। ਔਰ ਮੈਂ ਰਿਸੈਂਟਲੀ ਇੱਕ ਨਿਊਜ਼ਪੇਪਰ ਨੂੰ ਦੇ ਖਿਲਾਫ FIR ਲਾਂਚ ਕਰਨ ਜਾ ਰਿਹਾ ਜੀ ਜਿਨ੍ਹਾਂ ਨੇ ਸਿੱਖਾਂ ਦੇ ਉੱਤੇ ਲਤੀਫੇ ਦਿੱਤੇ ਨੇ। ਤੇ ਜੇ ਕੋਈ ਸੌਫਟ ਕਾਰਨਰ ਰੱਖਦਾ ਸਿੱਖਾਂ ਬਾਰੇ ਤਾਂ ਕਹਿੰਦਾ ਜੀ ਸਿੱਖ ਐਥਲੀਟ ਅੱਛਾ ਹੈ, ਸਿੱਖ ਫਾਰਮਰ ਅੱਛਾ ਹੈ, ਸਿੱਖ ਸੋਲਜਰ ਅੱਛਾ ਹੈ। ਪਰ ਮੇਰੀ ਜੇ ਕਲੈਕਸ਼ਨ ਕੀਤੀ ਮੈਂ ਹੈਰਾਨ ਹਾਂ ਕਿ ਸਿੱਖ ਹਰ ਪਾਸੇ ਇਕਨੋਮਿਸਟ ਵੀ ਬਹੁਤ ਬਿਹਤਰੀਨ ਹੈ, ਜੁਡੀਸ਼ਰੀ ਵਿੱਚ ਵੀ ਉਹਨੇ ਮੱਲਾਂ ਮਾਰੀਆਂ ਨੇ ਔਰ ਉਸਨੇ ਸਾਇੰਸ ਵਿੱਚ ਵੀ ਮੱਲਾਂ ਮਾਰੀਆਂ ਨੇ। ਤੁਹਾਨੂੰ ਮੈਂ ਦੱਸਣਾ ਕਿ ਇੰਡੀਆ ਦਾ ਜਿਹੜਾ ਫਸਟ ਸਾਇੰਟਿਸਟ ਹੈ ਜਿਹੜਾ ਐਂਟਾਰਕਟਿਕਾ ਤੇ ਗਿਆ ਉਹ ਇੱਕ ਸਿੱਖ ਹੈ ਜੀ ਜੀ ਔਰ ਉਹ ਇਸ ਵੇਲੇ ਲੁਧਿਆਣਾ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਲੱਗਾ ਹੈ ਜੀ ਜੀ ਔਰ ਉਹ ਜਿਹੜਾ ਐਂਟਾਰਕਟਿਕਾ ਤੇ ਗਿਆ ਜੀ ਇਹ 72 ਦੇ ਵਿੱਚ ਰਸ਼ੀਅਨ ਐਕਸਪੈਂਡੀਸ਼ਨ ਸੀ ਪਰ ਉਹਦਾ ਕੋਈ ਫਰਕ ਨਹੀਂ ਪੈਂਦਾ। ਫਸਟ ਇੰਡੀਅਨ ਉਹ ਰਸ਼ੀਅਨ ਵਾਲੇ ਇੱਕ ਇੰਡੀਅਨ ਸਾਇੰਟਿਸਟ ਲੈ ਕੇ ਜਾਣਾ ਸੀ ਔਰ ਫਸਟ ਇੰਡੀਅਨ ਸਾਇੰਟਿਸਟ ਜਿਹੜਾ ਉੱਥੇ ਗਿਆ ਉਹ ਸਿੱਖ ਗਿਆ। ਉਸ ਤੋਂ ਬਾਅਦ ਤੁਸੀਂ ਹੈਰਾਨ ਹੋਵੋਗੇ ਜਿਹੜੇ ਫਸਟ ਵੂਮਨ ਜਿਹਨੇ ਪੈਰ ਰੱਖਿਆ ਐਂਟਾਰਕਟਿਕਾ ਤੇ ਉਹ ਵੀ ਡਾਕਟਰ ਕਮਲ ਵਿਲਕੂ, ਉਹ ਵੀ ਇੱਕ ਸਿੱਖ ਹੈਗੀ ਹੈ ਜੀ। ਅੱਛਾ, ਇਸੇ ਤਰ੍ਹਾਂ ਸਾਇੰਸ ਦੇ ਵਿੱਚ ਫਾਈਬਰ ਆਪਟਿਕਸ ਦੀ ਜਿਹੜੀ ਇਨਵੈਂਸ਼ਨ ਕਰਨ ਵਾਲਾ ਜਿਹੜਾ ਫਾਦਰ ਆਫ ਉਹ ਵੀ ਇੱਕ ਤਾਂ ਡਾਕਟਰ ਕੰਪਾਨੀ USA ਬੇਸਡ ਹੈ, ਉਹ ਵੀ ਇੱਕ ਸਿੱਖ ਸਾਇੰਟਿਸਟ ਹੈਗਾ। ਹੁਣ ਜੁਡੀਸ਼ਰੀ ਵੀ ਤੁਹਾਨੂੰ ਦੱਸੀਏ ਕਿ ਦੀ ਓਨਲੀ ਏਸ਼ੀਅਨ ਐਂਡ ਸੈਕੰਡ ਇਨ ਹੋਲ ਆਫ ਦਾ ਵਰਲਡ ਜਿਹਨੂੰ ਕਿ ਇੰਟਰਨੈਸ਼ਨਲ ਬਾਰ ਕੌਂਸਲ ਨੇ ਤੁਹਾਡਾ ਸੈਲੂਟ ਦਿੱਤਾ, ਸੈਲੂਟ ਉਹਨਾਂ ਦਾ ਇੱਕ ਆਨਰ ਹੈਗਾ। ਸਾਡੇ ਜਿਹੜਾ ਵਰਲਡ ਦੇ ਵਿੱਚ ਤੁਹਾਡੇ ਨੈਲਸਨ ਮੰਡੇਲਾ ਜਿਹੜੇ ਸਾਊਥ ਅਫਰੀਕਾ ਦੇ ਪ੍ਰੈਜ਼ੀਡੈਂਟ ਨੇ ਉਹ ਫਸਟ ਪਰਸਨ ਨੇ ਜਿਨ੍ਹਾਂ ਨੂੰ ਇੰਟਰਨੈਸ਼ਨਲ ਬਾਰ ਕੌਂਸਲ ਨੇ ਸੈਲੂਟ ਦਿੱਤਾ। ਉਸ ਤੋਂ ਬਾਅਦ ਸੈਕੰਡ ਪਰਸਨ ਇਨ ਹੋਲ ਆਫ ਦਾ ਵਰਲਡ ਐਂਡ ਫਸਟ ਇਨ ਏਸ਼ੀਆ ਇਹ ਤੁਹਾਡੇ ਜਸਟਿਸ ਕੁਲਦੀਪ ਸਿੰਘ ਹੂ ਇਜ਼ ਨੋਨ ਐਂਡ ਗ੍ਰੀਨ ਜੱਜ ਆਫ ਇੰਡੀਆ। ਅੱਛਾ ਜੀ। and he was the first judge in Indian judiciary ਜਿਹਨੇ ਕਿ ਪੋਲੂਸ਼ਨ ਔਰ ਤੁਹਾਡਾ ਇਨਵਾਇਰਨਮੈਂਟ ਦੇ ਜਿਹੜੇ ਕੇਸਿਸ ਨੇ ਉਹ ਇੰਟਰਟੇਨ ਕੀਤੇ ਨੇ। ਉਸ ਤੋਂ ਪਹਿਲੇ ਸਾਡੀ ਜੁਡੀਸ਼ਰੀ ਵਿੱਚ ਨਹੀਂ ਹੁੰਦੇ ਸੀ। ਹੀ ਇਜ਼ ਦਾ ਇਹ ਸਾਡਾ ਸਿੱਖਾਂ ਦਾ ਇੰਡੀਆ ਦਾ ਕਿੰਨਾ ਮਾਣ ਹੈਗਾ ਜਿਹੜਾ ਹੋਇਆ ਸਾਡਾ। ਇਸੇ ਤਰ੍ਹਾਂ ਹੀ ਇੰਡੀਆ ਨੂੰ ਫਸਟ 골ਡ ਮੈਡਲ ਲੈ ਕੇ ਦੇਣ ਵਾਲਾ ਕਿਸੇ ਵੀ ਇੰਟਰਨੈਸ਼ਨਲ ਮੀਟ ਦੇ ਵਿੱਚ ਉਹ ਤੁਸੀਂ ਮਿਲਖਾ ਸਿੰਘ ਜਾਣਦੇ ਹੋ। ਜੀ 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 ਠੀਕ ਹੈ ਜੀ। ਇਸੇ ਤਰ੍ਹਾਂ ਤੁਸੀਂ ਫਸਟ ਫੀਮੇਲ 골ਡ ਮੈਡਲਿਸਟ ਇੰਡੀਆ ਦੀ ਜਿਹੜੀ ਹੈਗੀ ਹੈ ਕਮਲਜੀਤ ਸੰਧੂ ਉਹ ਵੀ ਸਿੱਖ ਹੈਗੀ ਹੈ। ਇੰਨੀ ਬਿਹਤਰੀਨ ਕਲੈਕਸ਼ਨ ਹੈ, ਬਹੁਤ ਪੁਰਾਣੀਆਂ ਬਹੁਤ ਪੁਰਾਣੀ ਮੇਰੇ ਕੋਲ 40 50 ਸਾਲ ਦੀ ਪੁਰਾਣੀਆਂ ਚੀਜ਼ਾਂ ਦੇਖੋਗੇ, ਉਹ ਤੋਂ ਵੀ ਜ਼ਿਆਦਾ ਪੁਰਾਣੀਆਂ ਹੈਗੀਆਂ। ਔਰ ਇੰਡੀਆ ਦਾ ਫਸਟ ਸਿਵਲਿਅਨ ਸਕਾਈ ਡਾਈਵਰ ਜਿਹੜਾ ਉਹ ਇੰਡੀਆ ਦਾ ਸਿੱਖ ਹੈ ਔਰ ਫਸਟ ਫੀਮੇਲ ਸਕਾਈ ਡਾਈਵਰ ਵੀ ਇੰਡੀਆ ਦੀ ਜਿਹੜੀ ਸਿੱਖ ਹੈ। ਜਿਹੜੇ 3 ਵਰਲਡ ਦੇ ਵਿੱਚ ਰਿਕਾਰਡ ਬਣੇ ਨੇ ਹਾਈਐਸਟ ਲੈਵਲ ਦੇ ਉੱਤੇ ਐਰੋਪਲੇਨ ਲੈਂਡ ਕਰਨ ਦਾ, ਤੁਸੀਂ ਉਹ ਵੀ ਦੇਖੋਗੇ 1948 ਵਿੱਚ ਬਾਬਾ ਮੇਹਰ ਨੇ ਬਣਾਇਆ ਜਿਹਨੇ ਜਿਹੜਾ ਮਾਲ ਢੋਣ ਵਾਲਾ ਡਿਕੋਟਾ ਜਹਾਜ਼ ਜਿਹੜਾ 12,000 ਫੁੱਟ ਤੱਕ ਜਾ ਸਕਦਾ ਸੀ ਉਹ 24,000 ਫੁੱਟ ਤੱਕ ਲੈ ਗਏ ਔਰ ਉੱਥੇ ਗੈਰੀਜ਼ਨ ਫਸੇ ਗੈਰੀਜ਼ਨ ਨੂੰ ਸਪਲਾਈ ਦਿੱਤੀ ਔਰ ਤਾਂ ਸਾਡੇ ਕੋਲ ਕਸ਼ਮੀਰ ਬਚਿਆ ਜੀ 1947 ਚ। 1900 ਫਿਰ ਦੂਜਾ ਰਿਕਾਰਡ ਬਣਿਆ ਸੀ 1981 ਵਿੱਚ, ਸਾਧੂ ਸਿੰਘ ਗਿੱਲ ਨੇ ਤੀਸਰਾ ਬਣਾਇਆ 1984 ਵਿੱਚ, ਤੁਹਾਡੇ ਮਿਸਟਰ ਛਟਵਾਲ ਏਅਰ ਮਾਰਸ਼ਲ ਨੇ। ਇਹ ਸਾਰੇ ਰਿਕਾਰਡ ਸਿੱਖਾਂ ਨੇ ਬਣਾਏ। 3 ਰਿਕਾਰਡ ਬਣੇ ਸਟਿਲ ਅਨਬੀਟਨ ਅਨਚੈਲੰਜ। ਉਸ ਤੋਂ ਬਾਅਦ ਹੋਰ ਕੋਈ ਰਿਕਾਰਡ ਨਹੀਂ ਬਣੇ ਹਾਈਐਸਟ ਲੈਂਡ ਦੇ ਉੱਤੇ ਕੋਈ ਫਾਈਟਰ ਜਹਾਜ਼ ਨੂੰ ਉਤਾਰਨ ਦਾ। ਇਹ ਸਾਡੇ ਰਿਕਾਰਡ ਬਣੇ। ਇਸ ਤਰ੍ਹਾਂ ਦੀ ਹਰ ਚੀਜ਼ ਅਸੀਂ ਜਿਹੜੇ ਇੰਡੀਆ ਫਸਟ ਜਿਹੜਾ PVC ਹੋਲਡਰ ਲੈਣ ਵਾਲਾ ਹੈ ਇੰਡੀਅਨ ਫੋਰਸ ਦਾ ਕੋਈ ਅਫੀਸਰ ਤੋਂ ਤੁਹਾਡਾ ਸਿੱਖ ਹੋਇਆ ਜਿਹਨੇ ਕਿ ਨੈਟ ਜਹਾਜ਼ ਦੇ ਨਾਲ ਤਬਾਹੀ ਮਚਾ ਦਿੱਤੀ ਸੀ। ਇਸੇ ਤਰ੍ਹਾਂ ਹਰ ਪਾਸੇ ਅਸੀਂ ਦੇਖੀਏ। ਔਰ ਮੇਰਾ ਕਹਿਣਾ ਜੀ ਕਿ ਇੰਡੀਆ ਦਾ ਜਿਹੜਾ ਗੌਰਵਸ਼ਾਲੀ ਇਤਿਹਾਸ ਹੈ ਨਾ ਉਹ ਬਣਦਾ ਹੀ 1469 ਤੋਂ ਬਾਅਦ ਹੈ ਜੀ। ਔਰ ਮੈਂ ਜਿਹੜਾ ਆਪਣਾ ਇਹ ਸਾਰੇ ਇਸ ਤੋਂ ਜਿਹੜਾ ਮੈਂ ਲੇਖਾ ਜੋਖਾ ਕੱਢਿਆ ਜੋ ਮੈਂ ਰਿਜ਼ਲਟ ਕੱਢਿਆ ਉਹਦੇ 'ਚ ਮੈਂ ਦੇਖਦਾ ਕਿ ਸਾਡੇ ਇੰਡੀਆ ਦੇ ਵਿੱਚ 4 ਇੰਸੀਡੈਂਟ ਹੈ ਜਿਨ੍ਹਾਂ ਨੂੰ ਅਸੀਂ ਗਲੋਰੀਅਸ ਮੂਮੈਂਟਸ ਇੰਸੀਡੈਂਟਸ ਕਹਿ ਸਕਦੇ ਹਾਂ। ਔਰ ਉਹ ਚਾਰੋਂ ਦੇ ਚਾਰੋਂ ਹੀ ਜਿਹੜੇ ਹੈਗੇ ਨੇ those were created by the Sikhs। ਜੀ ਜਾਨਣਾ ਚਾਹਾਂਗੇ। ਹਾਂਜੀ, ਪਹਿਲਾ ਉਹਦੇ 'ਚ ਹੈਗਾ ਤੁਹਾਡਾ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਸੀ ਕਿ 1819 ਦੇ ਵਿੱਚ ਅਸੀਂ ਕਸ਼ਮੀਰ ਜਿਹੜਾ ਅਫਗਾਨਿਸਤਾਨ ਕੋਲੋਂ ਜਿਹੜਾ ਸਾਡਾ ਟ੍ਰੈਡੀਸ਼ਨਲ ਇਨਵੈਡਰ ਸੀ, ਬੜੀ ਵੱਡੀ ਗੱਲ ਸੀ ਉਹਦਾ ਸੂਬਾ ਖੋ ਕੇ ਆਪਣੇ ਮਿਲਾਣਾ ਜਿਹੜਾ ਸਾਨੂੰ ਸਦੀਆਂ ਤੋਂ ਲੁੱਟਦਾ ਰਿਹਾ, ਅਸੀਂ ਡਰਦੇ ਰਹੇ। ਉਸ ਤੋਂ ਬਾਅਦ 800 ਸਾਲ ਦੇ ਬਾਅਦ ਅਸੀਂ ਪੇਸ਼ਾਵਰ ਨੂੰ ਲਿਆ, ਸੈਕੰਡ ਇੰਸੀਡੈਂਟ। ਠੀਕ ਹੈ ਜੀ। ਤੀਸਰਾ ਇੰਸੀਡੈਂਟ ਸੀ ਸਾਡਾ 1947 ਜਿਹੜੀ ਅਸੀਂ ਆਜ਼ਾਦੀ ਲਈ ਹੈ। ਉਹਦੇ ਵਿੱਚ ਤੁਸੀਂ ਦੇਖੋ 80% ਜਿਹੜੀਆਂ ਕੁਰਬਾਨੀਆਂ ਸੀ ਉਹ ਸਿੱਖਾਂ ਦੀ ਹੈਗੀਆਂ ਸੀ। ਇਸ ਤੋਂ ਇਲਾਵਾ ਹੋਰ ਤੁਹਾਨੂੰ ਮੈਂ ਨਵੀਂ ਚੀਜ਼ਾਂ ਦੱਸਾਂ ਜਿਹੜੀਆਂ ਨਹੀਂ ਪਤਾ, ਆਮ ਲੋਕਾਂ ਨੂੰ ਨਹੀਂ ਪਤਾ ਹੈਗੀਆਂ ਬਿਲਕੁਲ, ਕਿ ਜਦੋਂ ਵੀ ਕਾਂਗਰਸ ਦਾ ਅਧਿਵੇਸ਼ਨ ਕਿਤੇ ਹੁੰਦਾ ਸੀ ਲੰਗਰ ਸਿੱਖਾਂ ਵੱਲੋਂ ਲੱਗਦਾ ਸੀ ਜੀ। ਫਿਰ ਚਾਹੇ ਜਮਨਾ ਲਾਲ ਬਜਾਜ ਨੇ ਨਾਗਪੁਰ ਦੇ ਵਿੱਚ ਭਾਵੇਂ ਤਿਰੰਗਾ ਝੰਡਾ ਲੈਣਾ, ਭਾਵੇਂ ਇੱਥੇ ਦਿੱਲੀ ਦੇ ਵਿੱਚ ਸਦਰ ਬਾਜ਼ਾਰ ਦੇ ਵਿੱਚ ਜਲਸਾ ਕਰਨਾ, ਭਾਵੇਂ ਬੰਬੇ ਦੇ ਵਿੱਚ ਉਹਨਾਂ ਨੇ ਜਲਸਾ ਕਰਨਾ, ਉਹ ਮਾਸਟਰ ਤਾਰਾ ਸਿੰਘ ਨੂੰ ਕਾਂਗਰਸ ਵੱਲੋਂ ਚਿੱਠੀ ਜਾਂਦੀ ਸੀ ਜਵਾਹਰ ਲਾਲ ਨਹਿਰੂ ਵੱਲੋਂ ਕਿ ਆਪਣੇ ਅਕਾਲੀ ਦਲ ਨੂੰ, ਕਿਉਂ ਅੰਗਰੇਜ਼ ਕੀ ਕਰਦੇ ਸੀ ਕਿ ਪਹਿਲੀ ਕਰਫਿਊ ਲਗਾ ਦਿੰਦੇ ਸੀ। ਤੇ ਇਹ ਸਾਰੇ ਇੰਸੀਡੈਂਟ ਜਿਹੜੇ ਹੈਗੇ ਤੁਸੀਂ ਦੇਖੋਗੇ ਹਿਸਟਰੀ ਵਿੱਚ ਤੁਸੀਂ ਜਾਓ
ਉਹਦੀ ਡੀਪ 'ਤੇ ਜਾਓ ਤਾਂ ਦੇਖੋਗੇ ਕਿ ਅਕਾਲੀ ਦਲ ਉੱਥੇ ਦੇ ਜਿਹੜੇ ਲੋਕਲ ਸਿੱਖ ਹੁੰਦੇ ਸੀ, ਅਕਾਲੀ ਦਲ ਦੇ ਝੰਡੇ ਬੈਨਰ ਹੇਠਾਂ ਉਹ ਇਕੱਠੇ ਹੋ ਕੇ ਡਾਂਗਾ ਸੋਟੀਆਂ ਇਹਨਾਂ ਦੀ ਖਾਂਦੇ ਸਨ ਤੇ ਉਸ ਤੋਂ ਬਾਅਦ ਕਾਂਗਰਸ ਦੇ ਜਲਸੇ ਹੁੰਦੇ ਸਨ। ਜੀ ਔਰ ਜਿਸਲੇ ਅਸੀਂ ਗੁਰਦੁਆਰਾ ਆਪਣੇ ਆਜ਼ਾਦ ਕਰਾਇਆ ਤੇ ਗਾਂਧੀ ਦਾ ਟੈਲੀਗ੍ਰਾਮ ਸੀ ਮਾਸਟਰ ਤਾਰਾ ਸਿੰਘ ਨੂੰ, ਤੁਸੀਂ ਛੋਟਾ ਗੁਰਦੁਆਰਾ ਤੇ ਆਜ਼ਾਦ ਕਰ ਰਹੇ ਹੁਣ ਵੱਡਾ ਗੁਰਦੁਆਰਾ ਮੀਨਸ ਇੰਡੀਆ ਨੂੰ ਆਜ਼ਾਦ ਕਰਾਉਣਾ। ਤੇ ਨਹਿਰੂ ਸੀ ਉਹ ਸਿੱਖਾਂ ਦੇ ਇਹਨਾਂ ਐਜੀਟੇਸ਼ਨਾਂ ਦੇ ਵਿੱਚ ਸ਼ਾਮਲ ਹੋ ਕੇ ਉਹ ਕਹਿੰਦਾ ਸੀ ਕਿ ਬਈ ਮੈਨੂੰ ਬੜਾ ਮਾਣ ਮਿਲਦਾ, ਮੇਰਾ ਸੀਨਾ ਬੜਾ ਗਰਮ ਨਾਲ ਫੁੱਲ ਜਾਂਦਾ ਜਿੰਨਾ ਮੈਂ ਬਹਾਦਰ ਸਿੱਖਾਂ ਦੇ ਨਾਲ ਚੱਲਦਾ। ਤੇ ਜਾਤੋ ਦੇ ਤੇ ਉਧਰ ਮੋਰਚਾ ਵਿੱਚ ਜਿਹੜੇ ਸਿੱਖਾਂ ਨੂੰ ਡਾਂਗਾ ਸੁੱਟਿਆ ਖਾਂਦੇ ਆ, ਜਿਸਲੇ ਪਾਦਰੀ ਵੀ ਉੱਥੋਂ ਆਇਆ ਸੀ ਤੁਹਾਡਾ ਇੰਗਲੈਂਡ ਤੋਂ, ਜਿਹੜੇ ਉਹਨਾਂ ਨੇ ਦੇਖਿਆ ਸੀ ਤੇ ਉਹ ਪਾਦਰੀ ਨੇ ਕਿਹਾ ਸੀ, ਐਂਡਰਿਊ ਸੀ ਸ਼ਾਇਦ ਉਹ, ਕਿ ਮੈਂ ਸੀ ਤੇ ਇੱਕ ਈਸਾ ਮਸੀਹ ਤੇ ਮਾਣ ਕਰਨੇ ਆ, ਇਹ ਕੌਮ ਹੀ ਸਾਰੀ ਈਸਾ ਮਸੀਹ ਦੀ ਭਰੀ ਪਈ ਹੈ। ਮੈਂ ਹੈਰਾਨ ਆ ਕਿ ਉਹਨੂੰ ਡਾਂਗੇ ਸੁੱਟ, ਜਦ ਤੱਕ ਉਹ ਸੈਂਸਲੈਸ ਨਹੀਂ ਹੋ ਜਾ ਤਦ ਤੱਕ ਫਿਰ ਵਾਹਿਗੁਰੂ ਵਾਰ ਕਰਕੇ ਉੱਠਦਾ। ਤੇ ਕਹਿੰਦਾ ਉਹਨਾਂ ਦਾ ਸ਼ਰੀਰ ਮੈਂ ਤੱਕੇ ਇੰਨੇ ਤੱਕੇ ਸ਼ਰੀਰ ਹੈਗੇ ਨੇ, ਲੇਕਿਨ ਉਹ ਕੋਈ ਵੀ ਅੱਗੋਂ ਹਿੰਸਾ ਨਹੀਂ ਕਰ ਰਹੇ ਸੀ। ਅਸਲੀ ਜਿਹੜੀ ਅਹਿੰਸਾ ਗਾਂਧੀ ਨੇ ਮੂਵਮੈਂਟ ਅਹਿੰਸਾ ਦਾ ਜ਼ਰੂਰ ਚਲਾਇਆ, ਪਰ ਹੁਣ ਪ੍ਰੈਕਟੀਕਲ ਸ਼ੇਪ ਜਿਹੜੀ ਹੈ ਉਹ ਸਿੱਖ ਦਿੰਦੇ ਰਹੇ ਨੇ, ਇਹ ਬੜੀ ਮਾਣ ਦੀ ਗੱਲ ਹੈਗੀ ਸੀ। ਉਸ ਤੋਂ ਬਾਅਦ ਚੌਥਾ ਇਨਸੀਡੈਂਟ ਹੋਇਆ ਜਿਹੜਾ ਤੁਹਾਨੂੰ ਮੈਂ ਦੱਸਿਆ, ਇੰਡੀਆ ਦੇ ਹਿਸਟੋਰੀਅਨਸ ਕਹਿੰਦੇ ਨੇ ਦ ਫਾਈਨੈਸਟ ਆਵਰ ਆਫ ਇੰਡੀਅਨ ਹਿਸਟਰੀ, ਦ ਮੋਸਟ ਗਲੋਰੀਅਸ ਮੂਵਮੈਂਟ ਆਫ ਇੰਡੀਅਨ ਹਿਸਟਰੀ ਕ੍ਰੀਏਟਡ ਬਾਈ ਜਨਰਲ ਜਗਜੀਤ ਸਿੰਘ ਅਰੋੜਾ। ਉਹਦੇ ਥੱਲੇ ਮੇਜਰ ਜਨਰਲ ਵੀ ਸਿੱਖ ਹੈਗੇ ਸਨ, ਮੇਜਰ ਜਨਰਲ ਕਲੇਰ, ਮੇਜਰ ਜਨਰਲ ਨਾਗਰਾ, ਇਹ ਸਾਰੇ ਸਿੱਖ ਸਨ। ਔਰ ਫੌਜਾਂ ਵੀ ਸਾਰੀਆਂ ਇੰਡੀਅਨ ਆਰਮੀ ਦੀ ਯੂਨਿਟ ਜਿਹੜੇ ਸਿੱਖ ਯੂਨਿਟਸ ਹੈਗੇ, ਸਿੱਖ ਰੈਜੀਮੈਂਟ ਜ਼ਿਆਦਾ ਉਹ ਹੀ ਲੜ ਰਹੇ ਸੀ, ਕਿਉਂਕਿ ਉੱਥੇ ਦਾ ਰਿਕਾਰਡ ਹੈ ਮੇਰੇ ਕੋਲ ਕਿ ਜਿਸਲੇ ਇੰਡੀਅਨ ਆਰਮੀ ਨੇ ਉੱਥੇ ਐਂਟਰ ਕੀਤਾ ਬੰਗਲਾਦੇਸ਼ ਦੇ ਵਿੱਚ, ਉਸਲੇ ਜੈਕਾਰੇ ਲੱਗੇ ਸੀ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ। ਕਿਉਂ? ਮੀਡੀਆ ਵਾਲੇ ਸਾਫ਼ ਲਿਖਿਆ ਉੱਥੇ ਕਿ ਸਾਰੇ ਪਾਸੇ ਪਗੜੀਆਂ ਪਗੜੀਆਂ ਸੀ। ਇਹਦਾ ਮਤਲਬ ਸਾਰੀ ਇੰਡੀਅਨ ਆਰਮੀ ਜਿਹੜੀ ਸੀ ਜਿਹੜੀ ਐਂਟਰ ਕੀਤੀ ਉੱਥੇ, ਉਹ ਸਾਰੀ ਸਿੱਖ ਰੈਜੀਮੈਂਟ ਹੈਗੀ ਸੀ। ਉਹ ਜਿਵੇਂ 65 ਦੀ ਲੜਾਈ ਵੀ ਸਿੱਖ ਜਨਰਲਸ ਔਰ ਸਿੱਖ ਆਰਮੀ ਨੇ ਮੋਸਟਲੀ ਲੜੀ ਹੈ, ਜਿਸ ਤਰ੍ਹਾਂ ਸਾਨੀ ਕਰਤੇ ਦੀ ਲੜਾਈ ਵੀ ਜਿਹੜੀ ਹੈਗੀ ਹੈ ਉਹ ਸਿੱਖ ਜਨਰਲਸ ਔਰ ਮੋਸਟਲੀ ਤੁਹਾਡਾ ਜਿਹੜਾ, ਔਰ ਉਹਦੇ 'ਚ ਜਨਰਲ ਸੁਬੇਗ ਸਿੰਘ ਦਾ ਬੜਾ ਹੱਥ ਸੀ, ਜੇ ਹੂ ਵਾਸ ਦਾ ਕ੍ਰੀਏਟਰ ਔਰ ਟ੍ਰੇਨਰ ਆਫ ਦਿਸ ਮੁਕਤੀ ਬਾਈਨੀ। ਜੀ ਤੁਲੀ ਸਾਹਿਬ, ਸਿੱਖ ਜਿਹੜੇ ਹੈਗੇ ਨੇ ਸਾਰੇ ਪੰਜਾਬੀ ਵੀ ਹੈਗੇ ਨੇ, ਉਹ ਹਿੰਦੁਸਤਾਨੀ ਵੀ ਹੈਗੇ ਨੇ, ਤੇ ਤੁਸੀਂ ਸਿਰਫ ਸਿੱਖਾਂ ਬਾਰੇ ਕਿਉਂ ਸੋਚਦੇ ਹੋ? ਉਹਦਾ ਕੀ ਸਪੈਸੀਫਿਕ ਕਾਰਨ ਹੈ? ਦੇਖੋ ਇਹਦੇ ਦੋ ਗੱਲਾਂ ਨੇ, ਇੱਕ ਤਾਂ ਹੈਗਾ ਕਿ ਚੈਰਿਟੀ ਬਿਗਨਸ ਫਰਮ ਹੋਮ। ਜੀ ਜੇ ਮੈਂ ਸਿੱਖਾਂ ਉੱਤੇ ਕੰਮ ਕਰ ਰਿਹਾ ਤੇ ਜਿਹੜਾ ਉਹਨਾਂ ਨੇ ਕੰਟਰੀਬਿਊਸ਼ਨ ਕੀਤਾ ਇੰਡੀਅਨ ਹਿਸਟਰੀ ਨੂੰ, ਉਸ ਨੂੰ ਮੈਂ ਇੰਡੀਅਨ ਹਿਸਟਰੀ ਵਾਸਤੇ ਕੰਮ ਕੀਤਾ ਜੀ ਠੀਕ ਹੈ ਜੀ। ਜਿਵੇਂ ਤੁਹਾਨੂੰ ਐਗਜ਼ਾਮਪਲ ਮੈਂ ਦਿੱਤੇ ਆ ਡਾਕਟਰ ਮਨਮੋਹਨ ਸਿੰਘ, ਜਗਜੀਤ ਸਿੰਘ ਅਰੋੜਾ ਦੇ, ਮਾਨ ਰਣਜੀਤ ਸਿੰਘ ਦੇ, ਇਹ ਜਿਹੜੇ ਕੰਮ ਨੇ ਇੰਡੀਅਨ ਹਿਸਟਰੀ, ਸਾਰੇ ਇੰਡੀਅਨ ਹਿਸਟਰੀ ਦੇ ਵਾਸਤੇ ਸਾਰਾ ਕੰਟਰੀਬਿਊਸ਼ਨ ਹੈ। ਤੇ ਇਸ ਕਰਕੇ ਇਹ ਜੇ ਮੈਂ ਉਹਨਾਂ ਵਾਸਤੇ ਕੰਮ ਕੀਤਾ ਤੇ ਇੰਡੀਅਨ ਹਿਸਟਰੀ ਵਾਸਤੇ ਵੀ ਕੰਮ ਕੀਤਾ। ਦੂਸਰੀ ਗੱਲ ਇਹ ਕਿ ਹੋਰ ਫੀਲਡ ਦੇ ਵਿੱਚ ਹਰ ਇੱਕ ਆਦਮੀ ਜਿਹੜੇ ਆਪਣੇ ਆਪਣੇ ਫੀਲਡ ਦੇ ਵਿੱਚ ਕੰਮ ਕਰ ਰਹੇ ਨੇ, ਤੇ ਮੈਂ ਦੇਖਿਆ ਕਿ ਇਹ ਫੀਲਡ ਜਿਹੜੀ ਹੈ ਇਗਨੋਰਡ ਪਈ ਹੈ। ਸਿੱਖਾਂ ਬਾਰੇ ਮਸ਼ਹੂਰ ਹੈ ਕਿ ਦੇ ਕ੍ਰੀਏਟ ਹਿਸਟਰੀ, ਲੇਕਿਨ ਉਹ ਸੰਭਾਲਦੇ ਨਹੀਂ ਹੈ, ਦੇ ਮੇਨਟੇਨ ਨਹੀਂ ਕਰਦੇ, ਕੋਈ ਰਿਕਾਰਡ ਨਹੀਂ ਰੱਖਦੇ ਉਹਦਾ। ਠੀਕ ਹੈ, ਇਹ ਸਾਡੀ ਕੌਮ ਦੀ ਬਹੁਤ ਵੱਡੀ ਇੱਕ ਕਾਟ ਹੈਗੀ ਹੈ। ਤੇ ਮੈਂ ਕਿਹਾ ਇਸ ਨੂੰ ਜਿਹੜਾ ਪੂਰਾ ਕੀਤਾ ਜਾਏ, ਕਿਉਂਕਿ ਮੈਂ ਖੁਦ ਮਿਊਜ਼ੀਅਮ ਦੇਖਿਆ, ਸੈਂਟਰਲ ਮਿਊਜ਼ੀਅਮ, ਇਹ ਜਿਹੜੇ ਇੰਨੇ ਸਿੱਖ ਨੇ ਜਿਨ੍ਹਾਂ ਕੰਮ ਕੀਤਾ, ਕੋਈ ਫੋਟੋ ਉਹਨਾਂ ਦੀ ਨਹੀਂ ਹੈਗੀ, ਕੋਈ ਕੁਛ ਨਹੀਂ ਹੈਗਾ। ਔਰ ਉਹ ਬੱਚੇ ਵੀ ਸਾਡੇ ਸੱਚੀ ਉਹਦਾ ਸਵਾਲ ਸੀ ਕਿ ਬਿਨਾਂ ਤੋਂ ਇਲਾਵਾ ਸਾਡਾ ਹੋਰ ਕੰਟਰੀਬਿਊਸ਼ਨ ਸਾਡੇ ਮਿਊਜ਼ੀਅਮ ਕਿਉਂ ਨਹੀਂ ਦੱਸਦੇ। ਤੇ ਸਾਡੇ ਮਿਊਜ਼ੀਅਮ ਨੂੰ ਚਾਹੀਦਾ ਕਿ ਜਿਹੜੇ ਥਾਂ ਤੇ ਖੁੱਲਣ, ਬਲਕਿ ਕਿ ਮਿਊਜ਼ੀਅਮ ਐਸਾ ਖੁੱਲਿਆ ਜਾਏ ਜਿਹਦੇ 'ਚ ਨਵੀਂ ਜਿਹੜੀ ਸਾਡੀ ਅਚੀਵਮੈਂਟਸ ਹੈਗੀ ਸਾਰੀ ਇਹ ਵੱਡੇ ਲੈਵਲ ਤੇ ਦਰਸਾਈ ਜਾਏ। ਪਿੱਛੇ ਇੱਕ ਤੁਹਾਡਾ ਛੋਟਾ ਜਿਹਾ ਬਣਿਆ ਸੀ ਸੰਸਾਰਪੁਰ ਵਿਲੇਜ ਹੈਗਾ ਜਲੰਧਰ ਵਿੱਚ, ਜਿੱਥੇ ਉਹਨਾਂ ਨੇ ਖਿਡਾਰੀਆਂ ਦੀਆਂ ਸਾਰੀਆਂ ਮਿਊਜ਼ੀਅਮ ਬਣਾ ਕੇ ਫੋਟੋਆਂ ਲਗਾਈਆਂ। ਮੈਂ ਕਹਿੰਦਾ ਇਹੋ ਜਿਹਾ ਉਹਦੇ 'ਚ ਹੋਰ ਵੀ ਸਿੱਖ ਪਲੇਅਰਸ ਦੀਆਂ ਲਗਾਉਣੀਆਂ ਚਾਹੀਦੀਆਂ। ਹਾਕੀ ਦੀ ਨਰਸਰੀ ਕਿਹਾ ਜਾਂਦਾ, ਹਾਕੀ ਨਰਸਰੀ ਕਿਹਾ ਜਾਂਦਾ। ਹਾਕੀ ਤੋਂ ਇਲਾਵਾ ਉਹਨੇ 14 ਓਲੰਪੀਅਨ ਦਿੱਤੇ ਨੇ ਸੰਸਾਰਪੁਰ ਨੇ ਇੰਡੀਆ ਨੂੰ, ਤੇ ਉਹਦੇ 'ਚ ਹੋਰ ਜਿਹੜੇ ਸਾਡੇ ਐਥਲੀਟਸ ਹੈਗੇ ਨੇ ਸਿੱਖ, ਉਹਨਾਂ ਦੀ ਵੀ ਫੋਟੋਆਂ ਲੱਗਣ, ਬਲਕਿ ਸਕੂਲਾਂ ਵਿੱਚ ਵੀ ਲੱਗਣ, ਕਾਲਜਾਂ ਵਿੱਚ ਵੀ ਲੱਗਣ ਸਾਡੇ ਹੀਰੋਜ਼ ਦੀਆਂ, ਤੇ ਸਾਡੀ ਜਨਰੇਸ਼ਨ ਨੂੰ ਪਤਾ ਲੱਗੇ ਆਪਣਾ ਕੰਟਰੀਬਿਊਸ਼ਨ ਕੀ ਹੈਗਾ ਕੀ ਨਹੀਂ ਹੈਗਾ। ਤੇ ਇਸ ਕਰਕੇ ਇਸ ਫੀਲਡ ਨੂੰ ਮੈਂ ਚੁਣਿਆ। ਨਾਲੇ ਇੱਕ ਆਦਮੀ ਦੀ ਲਿਮਿਟੇਸ਼ਨਸ ਹੁੰਦੀਆਂ ਨਹੀਂ, ਮੈਂ ਸਾਰੇ ਉਹਦੇ 'ਤੇ ਮੇਰੇ ਕੋਲ ਸੋਰਸਿਸ ਨਹੀਂ ਹੈਗੇ ਕਿ ਮੈਂ ਹੋ ਸਕਦਾ ਕਿ ਮੈਂ ਸਿੱਖਾਂ ਦੇ ਉੱਤੇ ਕੰਮ ਕਰਨ ਤੋਂ ਬਾਅਦ ਮੈਂ ਫਿਰ ਹੋਰ ਕਿਸੇ ਹੋਰ ਕਮਿਊਨਿਟੀ ਉੱਤੇ ਫੜਨਾ, ਆਲ ਓਵਰ ਇੰਡੀਆ ਉੱਤੇ ਫੜਨਾ। ਇਹ ਸਟਾਰਟ ਹੈ ਵੈਰੀ ਬਿਗਨਿੰਗ ਹੈ, ਜੇ ਇਗਨੋਰਡ ਫੀਲਡ ਸੀ। ਮੈਂ ਕਿਹਾ ਇਸ ਨੂੰ ਹਾਈਲਾਈਟ ਕੀਤਾ ਜਾਏ, ਬੱਚਿਆਂ ਨੂੰ ਦੱਸਿਆ ਜਾਏ। ਜੀ ਤੁਲੀ ਸਾਹਿਬ, ਬਹੁਤ ਅੱਛਾ ਲੱਗਿਆ ਤੁਸੀਂ ਸਟੂਡੀਓ ਵਿੱਚ ਆਏ, ਇੰਨੀਆਂ ਸਾਰੀਆਂ ਗੱਲਾਂ ਬਾਤਾਂ ਕੀਤੀਆਂ। ਸਿੱਖ ਇਤਿਹਾਸ ਦਾ ਇੱਕ ਗੌਰਵਮਈ ਇਤਿਹਾਸ ਅੱਜ ਸਾਨੂੰ ਪਤਾ ਲੱਗਿਆ, ਬਹੁਤ ਅੱਛਾ ਲੱਗਿਆ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ ਸਾਰਿਆਂ ਦਾ ਬਹੁਤ। ਜੀ ਤੁਲੀ ਸਾਹਿਬ, ਸਾਡੀ ਇੱਕ ਰਸਮ ਹੈ, ਅਸੀਂ ਆਪਣੇ ਮਹਿਮਾਨ ਨੂੰ ਇੱਕ ਛੋਟੀ ਜਿਹੀ ਪ੍ਰੇਮ ਭੇਟਾ ਜ਼ਰੂਰ ਦਿੰਦੇ ਹਾਂ, ਤੇ ਇਹ ਤੁਸੀਂ ਜ਼ਰੂਰ ਸਵੀਕਾਰ ਕਰੋ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ।